ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਖਾਲਸਾ ਜੀ, ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਦਾ ਬਾਣੀ ਸਵਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭਾਈ ਸਤਿਗੁਰੂ ਦੀ ਬਾਣੀ ਦੇ ਨਾਲ ਜਿਹੜਾ ਵੀ ਕੋਈ ਮਾਈ ਭਾਈ, ਕੋਈ ਸੰਸਾਰ ਦਾ ਜੀਵ ਜੰਤੂ ਵੀ ਜੁੜਦਾ ਹੈ, ਸਤਿਗੁਰੂ ਦੀ ਬਾਣੀ ਉਹਦਾ ਪਾਰ ਉਤਾਰਾ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ 'ਚ ਬਚਨ ਆਉਂਦੇ ਨੇ। ਸਤਿਗੁਰੂ ਕਹਿੰਦੇ ਨੇ, ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਘਨੇਰੇ। ਮਹਾਰਾਜ ਜੀ ਕਹਿੰਦੇ ਜਿਹੜਾ ਵੀ ਕੋਈ ਇਹ ਬਾਣੀ ਨੂੰ ਗਾਉਂਦਾ ਹੈ, ਸੁਣਦਾ ਹੈ, ਉਹਦੇ ਸਾਰੇ ਹੀ ਪਾਪ ਘਨੇਰੇ, ਮਤਲਬ ਬਹੁਤ ਹੁੰਦੇ ਖਾਲਸਾ ਜੀ, ਬਹੁਤ ਪਾਪ ਜਿਹੜੇ ਮਹਾਰਾਜ ਦੀ ਬਾਣੀ ਨਾਸ਼ ਕਰ ਦਿੰਦੀ ਹੈ, ਵਿਕਾਰਾਂ ਤੋਂ ਉਹਨਾਂ ਨੂੰ ਬਚਾ ਲੈਂਦੀ ਹੈ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਗਾਉਂਦੇ ਨੇ। ਸਤਿਗੁਰ ਦੀ ਬਾਣੀ ਵਿੱਚ ਐਸੀ ਪਾਰਸ ਕਲਾ ਹੈ, ਬੰਦਿਆ ਤੈਨੂੰ ਕਿਉਂ ਨਹੀਂ ਤਾਰੇਗੀ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਤੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਣ ਪਾਰ ਉਤਾਰੇ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਐਸਾ ਬਲ ਹੈ, ਮਹਾਰਾਜ ਜੀ ਪਸ਼ੂਆਂ ਨੂੰ ਜਿਹੜੇ ਮੂੜ ਬਿਰਤੀ ਨੇ, ਪ੍ਰੇਤਾਂ ਨੂੰ ਜਿਹੜੇ ਗੁਪਤ ਰੂਪ ਨੇ, ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੀ ਮਤਹੀਣੇ ਜੀਵ ਨੇ ਸੰਸਾਰ ਦੇ ਉੱਤੇ, ਉਹਨਾਂ ਨੂੰ ਤਾਰਦੀ ਹੈ। ਪਾਹਣ ਮਹਾਰਾਜ ਕਹਿੰਦੇ ਪੱਥਰਾਂ ਨੂੰ ਸੱਚੇ ਪਾਤਸ਼ਾਹ ਦੀ ਬਾਣੀ ਤਾਰਦੀ ਹੈ। ਇੱਥੇ ਕਈ ਮੂਰਖ ਸਾਡੇ ਕਥਾ ਕਰਨ ਲੱਗਿਆਂ ਕਹਿੰਦੇ ਨੇ ਪਸ਼ੂ ਬਿਰਤੀ ਬੰਦਾ, ਪ੍ਰੇਤ ਬਿਰਤੀ ਬੰਦਾ, ਇਹ ਉਹਦੀ ਗੱਲ ਕੀਤੀ ਹੈ। ਪਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਵਾਮੀ ਸਤਿਗੁਰੂ ਜੀ ਨੇ ਸਿੱਧਾ ਕਿਹਾ ਹੈ ਕਿ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੁਗਧਾਂ ਨੂੰ ਤੇ ਪੱਥਰਾਂ ਨੂੰ, ਇਹਨਾਂ ਨੂੰ ਮਹਾਰਾਜ ਦੀ ਬਾਣੀ ਤਾਰਦੀ ਹੈ। ਦੇਵਾ ਪਾਹਨ ਤਾਰੀਅਲੇ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੱਥਰਾਂ ਨੂੰ ਤਾਰ ਦਿੰਦੀ ਹੈ ਖਾਲਸਾ ਜੀ। ਸਤਿਗੁਰ ਸੱਚੇ ਪਾਤਸ਼ਾਹ ਧੰਨ ਸਵਾਮੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਛੋਹ, ਜਿਹਦੇ ਕਰਕੇ ਪੱਥਰ ਵੀ ਮੋਮ ਹੋਏ ਸੀ ਖਾਲਸਾ ਜੀ। ਇਸ ਕਰਕੇ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਬਾਣੀ ਤਾਰ ਦਿੰਦੀ ਹੈ ਖਾਲਸਾ ਜੀ, ਵੱਡੇ ਵੱਡੇ ਦੁੱਖਾਂ ਨੂੰ ਮਿਟਾ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ। ਜੋ ਮਨ ਦੀ ਇੱਛਾ ਹੁੰਦੀ ਹੈ ਉਹੀ ਸੁੱਖ ਵਰਤਾ ਦਿੰਦੀ ਹੈ, ਮਾੜੀਆਂ ਰੂਹਾਂ ਨੂੰ ਭਜਾ ਦਿੰਦੀ ਹੈ। ਐਸੀ ਬਾਣੀ ਵਿੱਚ ਬਰਕਤ ਹੈ। ਸੋ ਬਾਣੀ ਹੀ ਸੰਸਾਰ ਦੇ ਵਿੱਚ, ਇਹ ਨਾਮ ਹੀ ਪਰਮੇਸ਼ਰ ਵਾਹਿਗੁਰੂ ਦਾ ਸੰਸਾਰ ਦੇ ਵਿੱਚੋਂ ਬਚਾ ਸਕਦਾ ਹੈ। ਹੋਰ ਕੋਈ ਜਰੀਆ ਖਾਲਸਾ ਸੰਸਾਰ ਵਿੱਚ ਬਚਾਉਣ ਵਾਸਤੇ ਵਿਕਾਰਾਂ ਤੋਂ ਜਾਂ ਦੁੱਖਾਂ ਤੋਂ ਹੈ ਨਹੀਂ। ਸੋ ਆਪ ਜੀ ਨਾਲ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ। ਜਿਹੜੀ ਅੱਜ ਦੀ ਹੱਡ ਬੀਤੀ ਹੈ, ਮੈਂ ਕਈ ਕਮੈਂਟ ਵੀ ਪੜ੍ਹੇ, ਉਹਨਾਂ ਵਿੱਚ ਵੀ ਇਹ ਲੋਕਾਂ ਨੇ ਪੁੱਛਿਆ ਸੀ ਖਾਲਸਾ ਜੀ। ਇੱਕ ਮਾਤਾ ਜੀ ਦੱਸਦੇ ਨੇ ਕਿ ਸਾਡੇ ਘਰ ਪਹਿਲਾਂ ਕਬਰਾਂ ਸੀ, ਜਦੋਂ ਮੈਂ ਵਿਆਹੀ ਆਈ ਸਾਂ ਤੇ ਮੇਰਾ ਸਹੁਰਾ ਪਰਿਵਾਰ ਕਬਰਾਂ ਦੀ ਪੂਜਾ ਕਰਦਾ ਸੀ। ਸੋ ਕਈ ਬੋਲਣ ਵਾਲੇ ਬੋਲਦੇ ਨੇ ਤੁਸੀਂ ਨਿੰਦਦੇ ਹੋ, ਸਾਰੇ ਇੱਕ ਹੀ ਨੇ। ਨਹੀਂ ਭਾਈ, ਸਾਰੇ ਇੱਕ ਨਹੀਂ ਹੋ ਸਕਦੇ। ਇੱਕ ਉਹੀ ਹੋ ਸਕਦਾ ਜਿਹਨੇ ਬੜਾ ਜਪ ਤਪ, ਵੱਡੀ ਕਮਾਈ ਕਰਕੇ ਉਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਿੱਚ ਅਭੇਦਤਾ ਪਾਈ ਹੋਵੇ, ਉਹ ਇੱਕ ਹੋ ਸਕਦਾ। ਬਾਕੀ ਸਾਰੇ ਸਾਡੇ ਵਾਂਗੂ ਹੀ ਤੁਰੇ ਫਿਰਦੇ ਨੇ, ਉਹਨਾਂ ਨੂੰ ਕੋਈ ਮੁਕਤੀ ਨਹੀਂ ਮਿਲੀ, ਕੋਈ ਉਹਨਾਂ ਕੋਲ ਖਜ਼ਾਨਾ ਨਹੀਂ। ਬਸ ਸਿਰਫ ਤੇ ਇੱਕ ਰਿੱਧੀ ਸਿੱਧੀ ਦੀ ਖੇਡ ਉਹਨਾਂ ਕੋਲੇ ਹੁੰਦੀ ਹੈ। ਇਸ ਕਰਕੇ ਉਹ ਸਾਡੇ ਕਾਰਜ ਕਰ ਦਿੰਦੇ ਨੇ। ਇਹ ਤੋਂ ਵੱਡਾ ਉਹਨਾਂ ਕੋਲੇ ਕੁਛ ਨਹੀਂ ਹੁੰਦਾ। ਉਹ ਸਾਡੇ ਵਰਗੇ ਹੀ ਹੁੰਦੇ ਨੇ ਜਿਹੜੇ ਆਮ ਕਰਕੇ ਪੀਰ ਪੈਗੰਬਰ ਤੁਰੇ ਫਿਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਚਿਆਂ ਨੂੰ ਨਵਾਜਿਆ, ਜਿਹੜੇ ਪਹੁੰਚ ਗਏ ਨੇ। ਬਾਬਾ ਫਰੀਦ ਸਾਹਿਬ ਜੀ ਵਰਗੇ ਪਹੁੰਚ ਗਏ ਨੇ। ਬਾਬਾ ਗਨੀ ਖਾਨ, ਨਬੀ ਖਾਨ ਵਰਗਿਆਂ ਨੇ ਸਤਿਗੁਰੂ ਦੀ ਸੇਵਾ ਕਰਕੇ ਉਥੋਂ ਦਾ ਰਾਹ ਪਾਇਆ ਹੈ। ਪੀਰ ਬੁੱਧੂ ਸ਼ਾਹ ਵਰਗੇ, ਬਾਬਾ ਬੁੱਢਣ ਸ਼ਾਹ ਵਰਗੇ ਪੀਰ ਹੋਏ ਨੇ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਅਭੇਦਤਾ ਹਾਸਲ ਕਰ ਲਈ ਹੈ। ਬਾਕੀ ਜੇ ਤੁਸੀਂ ਸਾਰਿਆਂ ਨੂੰ ਉਹਨਾਂ ਰਸੇ ਬੰਨੀ ਜਾਓਗੇ ਤਾਂ ਮੂਰਖਤਾਈ ਹੈ, ਕਿਉਂਕਿ ਇਹ ਸਭ ਤੋਂ ਜ਼ਿਆਦਾ ਤੰਗ ਕਰਦੇ ਨੇ ਸਾਡੇ ਪਰਿਵਾਰਾਂ ਨੂੰ। ਸੋ ਮਾਤਾ ਕਹਿਣ ਲੱਗੀ ਕਿ ਜਦੋਂ ਮੇਰਾ ਵਿਆਹ ਹੋਇਆ, ਘਰ ਦੇ ਵਿੱਚ ਜਗ੍ਹਾ ਬਣੀਆਂ ਹੋਈਆਂ ਸੀ, ਸਾਰਾ ਟੱਬਰ ਜਿਹੜਾ ਤੇਲ ਦੇ ਦੀਵੇ ਜਗਾਉਂਦਾ ਸੀ, ਅਤੇ ਕੋਈ ਪਤਾ ਨਹੀਂ। ਮੈਂ ਜਾ ਕੇ ਪੁੱਛਿਆ ਵੀ ਕੌਣ ਹੈ ਬਾਬਾ, ਮਤਲਬ ਇਹ ਜਗ੍ਹਾ ਕਦੋਂ ਤੋਂ ਤੁਸੀਂ ਜਾਣਦੇ ਹੋ। ਅਤੇ ਮੇਰੇ ਸਹੁਰਾ ਸਾਹਿਬ ਕਹਿਣ ਲੱਗੇ ਵੀ ਕੁੜੀਏ ਤੂੰ ਬਹੁਤੀ ਸਿਆਣੀ ਨਾ ਬਣ, ਅਸੀਂ ਜਿੱਥੇ ਲੱਗੇ ਹਾਂ ਸਾਨੂੰ ਲੱਗੇ ਰਹਿਣ ਦੇ, ਤੂੰ ਆਪਣਾ ਜੋ ਕਰਨਾ ਕਰੀ ਜਾ। ਕਹਿੰਦੀ ਮੈਂ ਗੁਰੂ ਘਰੇ ਜਾਂਦੀ ਸੀ, ਮੈਂ ਉੱਥੇ ਨਹੀਂ ਮੰਨਦੀ ਸੀ। ਅਤੇ ਇੱਦਾਂ ਕਰਕੇ ਉਹਨਾਂ ਨੇ ਮੈਨੂੰ ਨਾ ਬੋਲਣ ਲੱਗ ਪੈਣਾ ਜੇਕਰ ਮੈਂ ਪੁੱਛਣਾ। ਅਤੇ ਮੈਂ ਉਹਨਾਂ ਨੂੰ ਇੱਕ ਦਿਨ ਕਹਿ ਦਿੱਤਾ ਕਿ ਤੁਸੀਂ ਮੈਨੂੰ ਪੁੱਛ ਕੇ ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੌਣ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਣ ਨੇ, ਮੈਂ ਉਹਨਾਂ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੀ। ਪਰ ਤੁਸੀਂ ਵੀ ਮੈਨੂੰ ਦੱਸੋ, ਜਿਹਦੀ ਤੁਸੀਂ ਅੱਜ ਸਮਾਧ ਬਣਾਈ ਹੈ, ਇਹ ਕੌਣ ਹੈ?
ਇਹਦਾ ਕੋਈ ਇਤਿਹਾਸ ਤੁਹਾਡੇ ਕੋਲ ਹੈ? ਇਹਨੇ ਕੁਛ ਕੀਤਾ ਹੋਵੇ ਜਾਂ ਕੁਝ ਇਹਨੇ ਕੋਈ ਕਮਾਈ ਵੱਡੀ ਕੀਤੀ ਹੋਵੇ, ਤੁਸੀਂ ਵੇਖੀ ਹੋਵੇ? ਕੁਛ ਹੈ ਇਹੋ ਜਿਹਾ, ਕੋਈ ਲਿਖਤ ਹੋਵੇ ਇਹਦੀ ਜਿਹਦਾ ਤੁਸੀਂ ਦੀਵਾ ਜਗਾ ਰਹੇ ਹੋ? ਕਿਉਂਕਿ ਖਾਲਸਾ ਜੀ ਮਾਤਾ ਕਹਿੰਦੀ ਮੈਂ ਇੱਕ ਚੀਜ਼ ਸੁਣੀ ਸੀ ਸ਼ੁਰੂ ਤੋਂ, ਵੱਡੇ ਪੁਰਾਣੇ ਜਿਹੜੇ ਬਜ਼ੁਰਗ ਸੀ ਦੱਸਿਆ ਕਰਦੇ ਸੀ ਕਿ ਐਵੇਂ ਥਾਂ ਬਥਾਂ ਦੀਵਾ ਜਗਾ ਦੇਣਾ, ਉੱਥੇ ਬਦਰੂਹਾਂ ਆ ਕੇ ਵਸ ਜਾਂਦੀਆਂ ਨੇ। ਉੱਥੋਂ ਫਿਰ ਜਿਹੜਾ ਕੋਈ ਮੰਨਤ ਮੰਗਦਾ ਉਹ ਬਦਰੂਹਾਂ ਉਹਨਾਂ ਨੂੰ ਦੇ ਤਾਂ ਦਿੰਦੀਆਂ, ਪਰ ਜਦੋਂ ਬੰਦਾ ਉਹਨੂੰ ਛੱਡਦਾ ਫਿਰ ਉਹਨੂੰ ਤੰਗ ਕਰਦੀਆਂ। ਇਹ ਚੀਜ਼ਾਂ ਆਮ ਕਰਕੇ ਨੇ ਖਾਲਸਾ ਜੀ। ਸੋ ਉਹ ਭੈਣ ਕਹਿੰਦੀ ਸਾਡੇ ਘਰੇ ਨਾ ਇਹੋ ਜਿਹੀਆਂ ਬਦਬਲਾਵਾਂ ਦਾ ਪਹਿਰਾ ਹੋ ਗਿਆ। ਪਹਿਲਾਂ ਮੇਰਾ ਸਹੁਰਾ ਬਹੁਤ ਬਿਮਾਰ ਹੋ ਗਿਆ ਅਤੇ ਉਹਨੇ ਖੇਡੀ ਜਾਣਾ, ਕੇਸ ਖਿਲਾਰ ਕੇ ਖੇਡੀ ਜਾਣਾ ਅਤੇ ਕਹੀ ਜਾਣਾ ਤੂੰ ਆਹ ਕੁੜੀ ਨੂੰ ਸਾਈ ਘਰੋਂ ਕੱਢੋ, ਮੈਨੂੰ ਇਹ ਚੰਗੀ ਨਹੀਂ ਲੱਗਦੀ, ਇਹਨੂੰ ਘਰੋਂ ਕੱਢੋ। ਉਹ ਮੈਂ ਚੰਗੀ ਤਾਂ ਨਹੀਂ ਸੀ ਲੱਗਦੀ, ਮੈਂ ਬਾਣੀ ਦਾ ਜਾਪ ਕਰਦੀ ਸਾਂ, ਮੈਂ ਮਹਾਰਾਜ ਦਾ ਨਾਮ ਜਪਦੀ ਸਾਂ, ਇਸ ਕਰਕੇ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਖਾਲਸਾ ਜੀ ਕੋਈ ਵੀ ਪੀਰ ਹੋਵੇ, ਕੋਈ ਵੀ ਪੈਗੰਬਰ ਹੋਵੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਭੇਦ ਜਾਣਦਾ ਹੋਵੇ, ਫਿਰ ਉਹ ਕਦੇ ਮਹਾਰਾਜ ਨੂੰ ਮਾੜਾ ਨਹੀਂ ਕਹੂਗਾ। ਇੱਕ ਗੱਲ ਤੁਹਾਨੂੰ ਹਮੇਸ਼ਾ ਲਈ ਮੈਂ ਸੱਚ ਦੱਸ ਦਿੰਦਾ, ਕਿਉਂਕਿ ਬਾਣੀ ਨਿਰੰਕਾਰ ਦਾ ਅਸਲੀ ਸਰੂਪ ਹੈ। ਜਿਹੜਾ ਪਰਮੇਸ਼ਰ ਹੈ ਨਾ, ਉਹਦਾ ਅਸਲੀ ਰੂਪ ਬਾਣੀ ਹੈ। ਅਤੇ ਜੇ ਕਿਸੇ ਪੀਰ ਦੇ ਵਿੱਚ ਕੋਈ ਸ਼ਕਤੀ ਹੈ, ਕੋਈ ਤਾਕਤ ਹੈ, ਫਿਰ ਉਹ ਮਹਾਰਾਜ ਦੀ ਬਾਣੀ ਦਾ ਅਦਬ ਕਰੂਗਾ, ਕਦੇ ਮਹਾਰਾਜ ਦੀ ਬਾਣੀ ਨੂੰ ਮਾੜਾ ਨਹੀਂ ਕਹੂਗਾ। ਮਹਾਰਾਜ ਦੀ ਬਾਣੀ ਜਪਣ ਵਾਲੇ ਦਾ ਅਦਬ ਕਰੂਗਾ। ਜੇ ਕੋਈ ਪੁੱਛਣ ਜਾਊਗਾ ਤਾਂ ਉਹਨੂੰ ਇਹ ਕਹੂਗਾ ਭਾਈ ਬਾਣੀ ਪੜ੍ਹਿਆ ਕਰ, ਤੇਰਾ ਪਾਰ ਉਤਾਰਾ ਕਰੂਗਾ। ਉਹ ਪੀਰ ਨੂੰ ਕੋਈ ਗੁਣ ਕੋਈ ਉਹਦੇ ਵਿੱਚ ਹੋ ਸਕਦਾ, ਪਰ ਜਿਹੜੇ ਮਹਾਰਾਜ ਦੀ ਬਾਣੀ ਵਾਲੇ ਤੋਂ ਤੰਗੀ ਮਹਿਸੂਸ ਕਰਦੇ ਨੇ ਉਹਨਾਂ ਵਿੱਚ ਕੋਈ ਬਲ ਨਹੀਂ, ਉਹ ਬਦਰੂਹਾਂ ਹੈ, ਸਮਝ ਜਾਣਾ ਚਾਹੀਦਾ। ਜਿਹੜਾ ਮਹਾਰਾਜ ਦੀ ਬਾਣੀ ਤੋਂ ਨਕਾਰਾ ਕਰੇ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਪੜ੍ਹਨਾ, ਜਿੱਦਾਂ ਅੱਜ ਕੱਲ੍ਹ ਸਾਈਆਂ ਨੇ ਫੜਿਆ ਹੋਇਆ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਲਾਹੀ ਬਾਣੀ ਨੂੰ, ਮਹਾਰਾਜ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਨੇ। ਸਾਡੇ ਲੰਗਰਾਂ ਨੂੰ ਸ਼ੈਤਾਨ ਦਾ ਲੰਗਰ ਕਹਿੰਦੇ ਨੇ। ਇਹਦਾ ਮਤਲਬ ਉਹ ਪਖੰਡੀ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਨੂੰ ਵੇਖਿਆ, ਪਰਮੇਸ਼ਰ ਨੂੰ ਵਸਿਆ ਕਿਹਾ। ਪਰ ਜਿਹੜੇ ਲੋਕ ਇਹੋ ਜਿਹੀ ਗੱਲ ਕਰਦੇ ਨੇ, ਸਾਨੂੰ ਸਮਝ ਜਾਣਾ ਚਾਹੀਦਾ ਕਿ ਭੇਖੀ ਨੇ, ਪਖੰਡੀ ਨੇ, ਇਹਨਾਂ ਨੂੰ ਕੋਈ ਗਿਆਤ ਨਹੀਂ ਪਰਮੇਸ਼ਰ ਕੌਣ ਹੈ। ਪਰਮੇਸ਼ਰ ਸ਼ਬਦ ਅਵਤਾਰ ਹੈ, ਸ਼ਬਦ ਦਾ ਰੂਪ ਹੈ, ਨਾਮ ਰੂਪ ਹੈ ਪਰਮੇਸ਼ਰ। ਸੋ ਖਾਲਸਾ ਜੀ ਉਹ ਮਾਤਾ ਕਹਿਣ ਲੱਗੀ ਕਿ ਮੈਨੂੰ ਮੇਰੇ ਘਰ ਵਾਲੇ ਨੇ ਕੁੱਟ ਕੇ ਘਰੋਂ ਕੱਢ ਦਿੱਤਾ, ਵੀ ਤੂੰ ਤੇਰੇ ਕਰਕੇ ਸਾਰਾ ਕੁਝ ਹੋਇਆ। ਮੇਰਾ ਪਿਓ ਬਿਮਾਰ ਹੋਣ ਲੱਗ ਪਿਆ, ਮੇਰੀ ਮਾਂ ਬਿਮਾਰ ਹੋ ਗਈ, ਪਰ ਐਸੀ ਮਹਾਰਾਜ ਦੀ ਕਹਿੰਦੀ ਕਿਰਪਾ ਹੋਈ, ਜਿੱਦਣ ਦਾ ਮੈਨੂੰ ਉਹਨਾਂ ਨੇ ਘਰੋਂ ਕੱਢਿਆ ਮੈਂ ਆਪਣੇ ਪੇਕੇ ਪਿੰਡ ਆ ਗਈ, ਪਿੱਛੋਂ ਸਾਰਾ ਟੱਬਰ ਹੀ ਬਿਮਾਰ ਹੋ ਗਿਆ, ਬਹੁਤ ਬਿਮਾਰ ਹੋਇਆ। ਮੈਨੂੰ ਇੱਕ ਦਿਨ ਮੇਰਾ ਘਰ ਵਾਲਾ ਲੈਣ ਆਇਆ ਕਿ ਅਸੀਂ ਸਾਰੇ ਬਿਮਾਰ ਹਾਂ, ਰੋਟੀ ਪਾਣੀ ਵਾਲਾ ਕੋਈ ਹੈ ਨਹੀਂ, ਤੂੰ ਆ ਕੇ ਘਰ ਸਾਂਭ। ਅਤੇ ਮੈਂ ਉਹਨੂੰ ਇਹ ਕਹਿ ਦਿੱਤਾ ਕਿ ਘਰ ਮੈਂ ਫਿਰ ਸਾਂਭਾਂਗੀ ਜੇ ਤੁਸੀਂ ਉੱਥੇ ਦੀਵਾ ਦੂਆ ਜਗਾਉਣਾ ਬੰਦ ਕਰੋਗੇ, ਕਿਉਂਕਿ ਮੈਂ ਆਪਣਾ ਰੋਟੀ ਪਾਣਾ ਬਣਾ ਕੇ ਖਾਣਾ, ਮੈਂ ਤੁਹਾਡੇ ਹੱਥੋਂ ਨਹੀਂ ਖਾਣਾ। ਤੁਸੀਂ ਕਰੈਤੀਏ ਹੋ, ਤੁਸੀਂ ਪੁੱਠੀਆਂ ਚੀਜ਼ਾਂ ਪਿੱਛੇ ਲੱਗੇ ਹੋ, ਕੋਈ ਸ਼ਕਤੀ ਹੈ ਨਹੀਂ ਉਹ ਬਾਬੇ ਕੋਲੇ। ਕਹਿੰਦੀ ਜਦੋਂ ਮੈਂ ਇੱਦਾਂ ਕਿਹਾ ਅਤੇ ਮੈਨੂੰ ਫਿਰ ਮਾਰਿਆ, ਕੁੱਟ ਕੇ, ਮੇਰੇ ਪੇਕੇ ਪਿੰਡ ਹੀ ਕੁੱਟ ਕੇ ਚਲਾ ਗਿਆ। ਮੇਰਾ ਪਿਓ ਕਹਿੰਦਾ ਧੀਏ ਨਹੀਂ ਜਾਣਾ, ਵੀ ਆਪਾਂ ਪਰਿਵਾਰ ਹੀ ਇਹ ਛੱਡ ਦੇਣਾ, ਵੀ ਤੂੰ ਤਲਾਕ ਲੈ ਲੈ, ਆਪਾਂ ਨਹੀਂ ਜਾਣਾ। ਪਰ ਭੈਣ ਕਹਿੰਦੀ ਮੈਨੂੰ ਇੰਨਾ ਕੁ ਭਰੋਸਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 'ਤੇ, ਸ਼ਹੀਦਾਂ ਸਿੰਘਾਂ 'ਤੇ। ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੀ ਹੁੰਦੀ ਸਾਂ, ਭਾਈ ਮਣੀ ਸਿੰਘ ਸਾਹਿਬ ਨੂੰ ਚੇਤੇ ਕਰਨਾ, ਭਾਈ ਤਾਰੂ ਸਿੰਘ ਦੀ ਜਿਹੜੀ ਸੂਰਤ ਸੀ ਹਮੇਸ਼ਾ ਅੱਖਾਂ ਗਾੜੀ ਲਿਆਉਣੀ, ਖੋਪਰ ਲੱਥਾ। ਖਾਲਸਾ ਜੀ ਕਿੱਡੀਆਂ ਕਿੱਡੀਆਂ ਮਹਾਨ ਕੁਰਬਾਨੀਆਂ ਕੀਤੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖਾਂ ਨੇ। ਸੋ ਉਹਨਾਂ ਨੂੰ ਧਿਆਉਣਾ ਚਾਹੀਦਾ ਹੈ, ਐਵੇਂ ਦੱਬੀਆਂ ਪਖੰਡੀਆਂ ਪਿੱਛੇ ਨਹੀਂ ਲੱਗਣਾ ਚਾਹੀਦਾ। ਸੋ ਭੈਣ ਕਹਿਣ ਲੱਗੀ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਨੀ ਕਿ ਸ਼ਹੀਦੋ ਸਿੰਘੋ ਕਿਰਪਾ ਕਰੋ, ਉਹ ਪਰਿਵਾਰ ਨੂੰ ਕੋਈ ਅਕਲ ਆਵੇ, ਕੋਈ ਸੋਝੀ ਆਵੇ। ਕਹਿੰਦੇ ਐਵੇਂ ਕਰਕੇ ਨਾ ਜਦੋਂ ਮੇਰਾ ਸਹੁਰਾ ਜਿਹੜਾ ਬਹੁਤਾ ਬਿਮਾਰ ਹੋ ਗਿਆ ਤਾਂ ਉਹਨੂੰ ਲੈ ਕੇ ਕਿਤੇ ਗਏ, ਕਿਸੇ ਹੋਰ ਬਾਬੇ ਦੇ ਡੇਰੇ ਲੈ ਗਏ, ਪੀਰਾਂ ਫਕੀਰਾਂ ਦੇ। ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ 'ਤੇ ਖੇਤਰਫਲ ਦੀ ਜਿਹੜੀ ਕਰੋਪੀ ਹੈ ਜੀ, ਉਹ ਤੁਹਾਡੇ ਤੋਂ ਦੁਖੀ ਹੋ ਗਿਆ, ਤੁਸੀਂ ਤੁਹਾਡੇ ਘਰ ਵਿੱਚ ਕਿਸੇ ਨੇ ਮਾੜੀ ਕੀਤੀ ਹੈ। ਕਹਿੰਦੇ ਉਹ ਬਾਬੇ ਨੂੰ ਅਸੀਂ ਦੱਸਿਆ ਕਿ ਸਾਡੀ ਇੱਕ ਨੂੰਹ ਹੈ, ਉਹ ਬਾਣੀ ਪੜ੍ਹਦੀ ਹੈ, ਅਤੇ ਉਹ ਬਾਣੀ ਕਰਕੇ ਅਸੀਂ ਉਹਨੂੰ ਹਟਾਉਂਦੇ ਹਾਂ। ਬਾਬਾ ਵੀ ਜਦੋਂ ਡੈਡੀ ਦੇ ਸਿਰ ਆਉਂਦਾ ਅਤੇ ਕਹਿੰਦਾ ਉਹਨੂੰ ਕੱਢੋ ਇੱਥੋਂ। ਜਿੱਦਾਂ ਉਹ ਭੈਣ ਕਹਿਣ ਲੱਗੀ ਕਿ ਉਹ ਜਦੋਂ ਬਾਬੇ ਨੇ ਕਹਿ ਦਿੱਤਾ ਨਾ ਕਿ ਚੰਗਾ ਹੋਇਆ ਤੁਸੀਂ ਉਹਨੂੰ ਘਰੋਂ ਕੱਢਤਾ, ਮੈਨੂੰ ਲੈਣ ਹੀ ਨਹੀਂ ਆਏ ਬਾਅਦ ਵਿੱਚ, ਨਾ ਮੇਰੇ ਨਾਲ ਕੋਈ ਗੱਲ ਕਰਦੇ ਸੀ। ਪਰ ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਜਿੱਦਾਂ ਘਰ ਦੇ ਵਿੱਚ ਮੁਸ਼ਕਿਲ ਵੱਧ ਗਈ, ਸੱਸ ਵੀ ਬਿਮਾਰ ਹੋ ਗਈ, ਮੇਰਾ ਘਰ ਵਾਲਾ ਵੀ ਬਿਮਾਰ ਹੋ ਗਿਆ, ਮੇਰੀ ਇੱਕ ਛੋਟੀ ਨਨਾਣ ਸੀ ਉਹ ਵੀ ਬਿਮਾਰ ਹੋ ਗਈ, ਬਹੁਤ ਬਿਮਾਰ ਹੋਏ। ਅਤੇ ਉਹ ਜਿਹੜਾ ਬਾਬਾ ਜਿਹਾ ਸੀ, ਕੋਈ ਹਵਾ ਸੀ ਜਿਹੜੀ ਉਹ ਮੇਰੇ ਸਹੁਰੇ ਸਿਰ ਰਾਤ ਦਿਨ ਆਈ ਜਾਂਦੀ ਸੀ, ਉਹ ਖੇਡੀ ਜਾਂਦਾ ਸੀ ਸਾਰਾ ਦਿਨ। ਸੋ ਇੱਦਾਂ ਦੀ ਹਾਲਾਤ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਮੈਂ ਉਹ ਪਰਿਵਾਰ 'ਚ ਵਿਆਹੀ ਸਾਂ,
ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਮਹਾਂਪੁਰਸ਼ੋ ਬੜੀ ਚੜ੍ਹਦੀ ਕਲਾ ਵਾਲੇ ਹੋ, ਮਹਾਰਾਜ ਤੁਸੀਂ ਜੋ ਕਰ ਸਕਦੇ ਹੋ ਕੋਈ ਵੀ ਨਹੀਂ ਕਰ ਸਕਦਾ, ਕਿਰਪਾ ਕਰੋ ਉਹਨਾਂ ਨੂੰ ਮੋੜ ਕੇ ਆਪਣੇ ਚਰਨਾਂ ਨਾਲ ਜੋੜੋ, ਮਹਾਰਾਜ ਕਿਰਪਾ ਕਰੋ ਫਿਰ ਵੀ ਮੇਰਾ ਪਰਿਵਾਰ ਹੈ, ਮੇਰਾ ਵੀ ਘਰ ਵਸਿਆ ਰਵੇ। ਕਹਿੰਦੀ ਇੱਦਾਂ ਜਦੋਂ ਅਰਦਾਸ ਬੇਨਤੀ ਕੀਤੀ ਉਸੇ 4-5 ਦਿਨ ਦੇ ਵਿੱਚ ਕੋਈ ਮਹਾਂਪੁਰਸ਼ ਘਰ ਨੂੰ ਉਹਨਾਂ ਦੇ ਪਹੁੰਚੇ, ਮੇਰੇ ਸਹੁਰੇ ਪਰਿਵਾਰ, ਅਤੇ ਉਹਨਾਂ ਦੇ ਹੱਥ 'ਚ ਬਥੂਈ ਜੀ ਸੀ ਪਾਈ ਹੋਈ ਸੀ, ਨਾਲ ਕੋਈ ਚੀਜ਼ ਫੜੀ ਹੋਈ ਸੀ, ਸੇਵਾ ਕਰਦੇ ਸੀ, ਸੇਵਾ ਮੰਗਦੇ ਸੀ। ਕਹਿੰਦਾ ਜਦੋਂ ਉਹ ਘਰ ਆਏ ਉਹਨਾਂ ਨੇ ਬੂਹਾ ਖੜਕਾਇਆ, ਮੇਰੇ ਘਰ ਵਾਲੇ ਨੇ ਬੂਹਾ ਖੋਲ੍ਹਿਆ ਅਤੇ ਉਹ ਅੰਦਰ ਆ ਕੇ ਕਹਿਣ ਲੱਗੇ ਕਿ ਬਾਬਾ ਜੀ ਜਲ ਪਾਣੀ ਛਕੋਗੇ। ਕਹਿੰਦੇ ਵੀ ਬਾਬਾ ਜੀ ਨੇ ਕਿਹਾ ਵੀ ਸਾਨੂੰ ਪ੍ਰਸ਼ਾਦਾ ਛਕਾ ਦਿਓ। ਇੱਦਾਂ ਕਹਿੰਦੇ ਜਦੋਂ ਬੇਨਤੀ ਕੀਤਾ ਵੀ ਜੇ ਪ੍ਰਸ਼ਾਦਾ ਕੋਈ ਤਿਆਰ ਹੈ ਭਾਈ ਦੇ ਦਿਓ, ਨਹੀਂ ਤਾਂ ਚਾਹ ਛਕਾ ਦਿਓ। ਇੱਦਾਂ ਕਹਿੰਦੀ ਜਦੋਂ ਉਹਨਾਂ ਨੇ ਬਾਬਾ ਜੀ ਨੇ ਕਿਹਾ ਅਤੇ ਬਾਅਦ ਵਿੱਚ ਉਹਨਾਂ ਨੇ ਘਰ ਵੱਲ ਨਿਗਾਹ ਮਾਰ ਕੇ ਅਤੇ ਕਹਿਣ ਲੱਗਾ ਨਾ ਭਾਈ ਸਾਡੇ ਵਾਸਤੇ ਕੁਛ ਨਾ ਬਣਾਇਓ। ਅਤੇ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ ਵੀ ਬਾਬਾ ਜੀ ਹੁਣੇ ਤਾਂ ਤੁਸੀਂ ਮੰਗਿਆ, ਕੀ ਗੱਲ ਹੋਈ? ਉਹ ਕਹਿੰਦੇ ਭਾਈ ਤੁਹਾਡੇ ਘਰੇ ਤਾਂ ਬਦਰੂਹਾਂ ਦਾ ਪਹਿਰਾ ਹੈ, ਸਾਰਾ ਘਰ ਤੁਹਾਡਾ ਬਦਰੂਹਾਂ ਨੇ ਮੱਲਿਆ ਹੋਇਆ ਅਤੇ ਅਸੀਂ ਨਹੀਂ ਤੁਹਾਡੇ ਘਰੋਂ ਕੁਝ ਛਕ ਸਕਦੇ। ਭਾਈ ਕੀ ਕਰਦੇ ਹੋ ਤੁਸੀਂ ਇਹੋ ਜਿਹਾ, ਕਿਹੜਾ ਕਾਰਜ ਆ ਤੁਹਾਡਾ? ਅਤੇ ਕਹਿੰਦੇ ਅਸੀਂ ਬੜਾ ਰੋ ਕੇ ਮੇਰੇ ਘਰ ਵਾਲੇ ਨੇ ਉਹਨੂੰ ਦੱਸਿਆ ਪਰੇਸ਼ਾਨ ਹੋ ਕੇ ਕਿ ਬਾਬਾ ਜੀ ਸਾਰਾ ਹੀ ਪਰਿਵਾਰ ਦੁਖੀ ਪਿਆ ਵੀ ਸਾਡੇ ਘਰੇ ਨਾ ਜਗ੍ਹਾ ਆ ਅਤੇ ਅਸੀਂ ਇੱਥੇ ਦੀਵਾ ਜਗਾਉਂਦੇ ਹਾਂ। ਅਤੇ ਸਾਡੀ ਇੱਕ ਮੇਰੀ ਘਰ ਵਾਲੀ ਸੀ ਅਤੇ ਉਹ ਬਾਣੀ ਪੜ੍ਹਦੀ ਸੀ ਅਤੇ ਉਹਨੇ 1-2 ਵਾਰੀ ਕਿਤੇ ਕਹਿ ਤਾ ਵੀ ਆਹ ਜਗ੍ਹਾ ਜੁਗਾ ਢਾਵੋ ਇੱਥੋਂ, ਵੀ ਮੈਂ ਤਾਂ ਬਾਣੀ ਪੜ੍ਹਦੀ, ਮੈਂ ਤਾਂ ਨਹੀਂ ਇੱਥੇ ਝੁਕਣਾ। ਅਤੇ ਅਸੀਂ ਕਿਤੇ ਪਤਾ ਕੀਤਾ, ਉਹ ਕਹਿੰਦੇ ਵੀ ਇਹ ਜਗ੍ਹਾ ਖੇਤਰਫਲ ਦੀ ਸੀ, ਉਹ ਹੁਣ ਦੁਖੀ ਹੋ ਗਿਆ ਸਾਡੇ ਤੋਂ ਅਤੇ ਸਾਡਾ ਸਾਰਾ ਪਰਿਵਾਰ ਮਰਨੇ ਪਿਆ। ਕਹਿੰਦੇ ਉਹ ਜਿਹੜੇ ਮਹਾਂਪੁਰਸ਼ ਸੀਗੇ ਉਹ ਬੜਾ ਹੱਸੇ ਹੱਥ 'ਤੇ ਹੱਥ ਮਾਰ ਕੇ, ਕਹਿੰਦੇ ਹੈ ਮੂਰਖਾਂ ਦੇ ਮੂਰਖ, ਕਹਿੰਦੇ ਖੇਤਰਪਾਲ ਵੀ ਕੋਈ ਰੱਬ ਹੈ? ਇਹ ਤਾਂ ਮਾੜੀ ਸ਼ਕਤੀ ਹੈ, ਇਹ ਤਾਂ ਮਾੜੀ ਸ਼ਕਤੀ ਹੈ, ਅਤੇ ਮਾੜੀ ਸ਼ਕਤੀ ਨੇ ਤੁਹਾਡਾ ਮਾੜਾ ਹੀ ਕਰਨਾ, ਚੰਗਾ ਤਾਂ ਨਹੀਂ ਕਰਨਾ। ਭਾਈ ਤੁਸੀਂ ਮੂਰਖ ਬਣੇ ਹੋਏ ਹੋ, ਕਿੱਥੇ ਤੁਹਾਡਾ ਪਿਓ? ਬਾਬਾ ਜੀ ਨੇ ਜਦੋਂ ਇੱਦਾਂ ਕਹਿੰਦੇ ਆਵਾਜ਼ ਦਿੱਤੀ, ਉਹ ਆਇਆ ਅੰਦਰੋਂ ਕੇਸ ਖਿਲਰੇ ਹੋਏ ਬਾਹਰ, ਕਹਿੰਦਾ ਆ ਕੇ ਬੋਲਣ ਲੱਗ ਪਿਆ, ਤੂੰ ਕੌਣ ਹੁੰਦਾ ਮੈਨੂੰ ਇੰਨੀ ਗੱਲ ਕਹਿਣ ਵਾਲਾ? ਮੇਰੇ 'ਚ ਸਾਰੀ ਸ਼ਕਤੀ ਹੈ, ਮੈਂ ਤੈਨੂੰ ਹੁਣੇ ਐਂ ਕਰ ਦਾਂਗਾ, ਉਹ ਕਰ ਦਾਂਗਾ, ਇੱਦਾਂ ਬੋਲਣ ਲੱਗ ਪਿਆ। ਕਹਿੰਦੇ ਉਹ ਮਹਾਂਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਅਤੇ ਤੇਰੀਆਂ ਵੀ ਲੇਟਣੀਆਂ ਲਵਾਵਾਂਗੇ। ਇੱਦਾਂ ਦਾ ਭਜਨ ਮਹਾਂਪੁਰਸ਼ਾਂ ਨੇ ਕਰਕੇ ਅਤੇ ਘਰੋਂ ਬਾਹਰ ਚਲ ਗਏ। ਐਸੀ ਮਹਾਰਾਜ ਦੀ ਕਿਰਪਾ ਹੋਈ। ਉੱਦਾਂ ਦੇ ਮੇਰਾ ਘਰ ਵਾਲਾ ਕਦੀ ਕੋਈ ਗੱਲ ਨਹੀਂ ਕਰਦਾ, ਪਰ ਉਸ ਦਿਨ ਨਾ ਉਹ ਬਾਬਾ ਜੀ ਦੇ ਮਗਰ ਗਿਆ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਰੋਕ ਕੇ ਬਾਬਾ ਜੀ ਕਹਿੰਦੇ ਵੀ ਕੋਈ ਜੁਗਤੀ ਦੱਸੋ ਬਾਬਾ ਜੀ, ਘਰ ਪਰਿਵਾਰ ਵਸ ਜਾਵੇ, ਵੀ ਬੜੇ ਦੁਖੀ ਪਰੇਸ਼ਾਨ ਆ, 6 ਮਹੀਨੇ ਸਾਲ ਹੋ ਚੱਲਾ ਵੀ ਇੱਦਾਂ ਹੀ ਘਰ ਵਿੱਚ ਪਿੱਟਣਾ ਹੀ ਪਿਆ ਹੋਇਆ, ਕਿਰਪਾ ਕਰੋ। ਅਤੇ ਕਹਿੰਦੇ ਉਹ ਬਾਬਾ ਜੀ ਕਹਿਣ ਲੱਗੇ ਕਿ ਭਰਾਵਾ ਆਪਣੀ ਜਾ ਕੇ ਘਰ ਵਾਲੀ ਨੂੰ ਲੈ ਕੇ ਨਾਲ, ਜਿੱਥੇ ਉਹ ਜਾਂਦੀ ਹੈ ਉੱਥੇ ਤੂੰ ਵੀ ਜਾ ਅਤੇ ਜਾ ਕੇ ਅਰਦਾਸ ਬੇਨਤੀ ਕਰ, ਤੁਹਾਡੇ ਘਰ ਦਾ ਭਲਾ ਉਹਦੇ ਕਰਕੇ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਦੀ ਬਿਧ ਬਣੀ ਹੈ, ਕੋਈ ਬਿਧ ਬਣਨੀ ਹੈ ਤਾਂ ਉਹ ਤੇਰੀ ਘਰ ਵਾਲੀ ਕਰਕੇ ਬਣਨੀ ਹੈ, ਨਹੀਂ ਤਾਂ ਤੁਹਾਡਾ ਕੁਛ ਨਹੀਂ ਹੋ ਸਕਦਾ, ਤੁਹਾਡੇ ਘਰੇ ਕਿਸੇ ਨਾ ਕਿਸੇ ਜੀਅ ਦੀ ਮੌਤ ਹੋ ਜਾਣੀ ਹੈ। ਵੀ ਜਿੱਦਾਂ ਤੁਹਾਡੇ ਘਰੇ ਸੰਗ ਹੋ ਕੇ ਬੈਠਾ ਹੈ ਨਾ, ਉਹ ਇੱਦਾਂ ਉਹਨਾਂ ਨੇ ਬਚਨ ਕੀਤਾ। ਕਹਿੰਦੀ ਮੇਰਾ ਘਰ ਵਾਲਾ ਉਸੇ ਦਿਨ ਹੀ ਮੇਰੇ ਕੋਲ ਆ ਗਿਆ, ਪੇਕੇ ਪਿੰਡ ਆ ਕੇ ਮੇਰੇ ਕੋਲ ਮਾਫੀਆਂ ਮੰਗਦਾ ਅਤੇ ਮੈਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ, ਜਿੱਥੇ ਤੂੰ ਜਾਂਦੀ ਹੈ ਉੱਥੇ ਆਪਾਂ ਚੱਲੀਏ, ਅਰਦਾਸ ਕਰੀਏ ਅਤੇ ਆਪਾਂ ਆਪਣਾ ਘਰ ਸਾਂਭੀਏ। ਕਹਿੰਦੀ ਵੀ ਮੈਨੂੰ ਤਰਸ ਆ ਗਿਆ ਅਤੇ ਮੈਂ ਉਹਨਾਂ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ 'ਤੇ ਗਈ। ਉੱਥੇ ਜਾ ਕੇ ਅਸੀਂ ਦੇਗ ਕਰਾਈ, ਅਰਦਾਸ ਬੇਨਤੀ ਗ੍ਰੰਥੀ ਸਿੰਘ ਕੋਲੋਂ ਵੀ ਕਰਵਾਈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ, ਅਤੇ ਉੱਥੋਂ ਪ੍ਰਣ ਕਰਕੇ ਆਈ ਬਾਬਾ ਦੀਪ ਸਿੰਘ ਸਾਹਿਬ ਜੀ। ਮੈਂ ਪਹਿਲਾਂ ਆਪਣੇ ਘਰ ਵਾਲੇ ਨਾਲ ਸਲਾਹ ਕੀਤੀ ਕਿ ਜੋ ਮੈਂ ਅਰਦਾਸ ਕਰਾਂਗੀ ਉਹ ਫਿਰ ਕਰਨਾ ਪੈਣਾ, ਅਤੇ ਉਹ ਕਹਿਣ ਲੱਗਾ ਵੀ ਮੈਂ ਉਵੇਂ ਹੀ ਕਰਾਂਗਾ ਜਿੱਦਾਂ ਤੂੰ ਕਹੇਂਗੀ। ਏਡੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ, ਮਨ ਹੀ ਬਦਲ ਗਿਆ ਮੇਰੇ ਘਰ ਵਾਲੇ ਦਾ, ਮਨ ਜਿਹੜਾ ਬਦਲ ਗਿਆ, ਨਹੀਂ ਤਾਂ ਉਹ ਮੰਨਦਾ ਹੀ ਨਹੀਂ ਸੀ ਕਿਸੇ ਦੀ ਗੱਲ ਨੂੰ। ਕਹਿੰਦੀ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰਿਓ, ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜੋਤ ਲਾਇਆ ਕਰਾਂਗੇ ਘਰ ਦੇ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਹੌਲੀ ਹੌਲੀ ਅਸੀਂ ਉਹ ਦੀਵਾ ਬੁਝਾਉਣਾ ਬੰਦ ਕਰਾਂਗੇ ਅਤੇ ਘਰ ਦੇ ਵਿੱਚ ਤੁਹਾਡੀ ਜੋਤ ਜਗਾਇਆ ਕਰਾਂਗੇ, ਅਤੇ ਮਹਾਰਾਜ ਜੀ ਕਿਰਪਾ ਕਰਿਓ, ਤੁਹਾਡਾ ਨਾਂ ਲੈ ਕੇ ਅਸੀਂ ਉਹ ਕਬਰਾਂ ਢਾਹ ਦੇਣੀਆਂ, ਅਤੇ ਜੋ ਫਿਰ ਘਰ ਦੀ ਹਾਲਤ ਹੋਊਗੀ ਉਹ ਤੁਸੀਂ ਉਹ ਸਾਂਭਣੀ। ਮਹਾਰਾਜ ਤੁਹਾਡੇ ਤੋਂ ਵੱਡਾ ਕੋਈ ਸ਼ਕਤੀਵਾਨ ਨਹੀਂ, ਜੋ ਤੁਸੀਂ ਕਰ ਸਕਦੇ ਹੋ ਕੋਈ ਨਹੀਂ ਕਰ ਸਕਦਾ। ਅਤੇ ਉਹ ਮੈਂ ਕਹਿੰਦੀ ਜਦੋਂ ਅਰਦਾਸ ਕੀਤੀ ਵੀ ਮੈਂ ਕਿਸੇ ਖੇਤਰਫਲ ਨੂੰ ਨਹੀਂ ਜਾਣਦੀ, ਮੇਰੇ ਵਾਸਤੇ ਮੇਰਾ ਬਾਪੂ ਬਾਬਾ ਦੀਪ ਸਿੰਘ ਸਾਹਿਬ ਤੁਸੀਂ ਹੋ, ਮੇਰੀ ਲਾਜ 'ਤੇ ਪੱਤ ਰੱਖਿਓ, ਕਿਰਪਾ ਕਰਿਓ, ਅੰਗ ਸੰਗ ਸਹਾਈ ਹੋਇਓ, ਤੱਤੀ ਵਾਰ ਨਾ ਲੱਗਣ ਦਿਓ। ਇੱਦਾਂ ਕਹਿੰਦੀ ਮੈਂ ਅਰਦਾਸ ਬੇਨਤੀ ਕਰਕੇ ਅਤੇ ਆਪਣੇ ਘਰ ਵਾਲੇ ਨਾਲ ਸਿੱਧਾ ਸਹੁਰਾ ਪਰਿਵਾਰ ਹੀ ਗਈ। ਉੱਥੇ ਜਾ ਕੇ ਅਤੇ ਮੈਂ ਜਦੋਂ ਘਰੇ ਅੰਦਰ ਵੜੀ ਹਾਂ, ਅੰਦਰ ਵੜਦਿਆਂ ਸਾਰ ਹੀ ਮੇਰਾ ਸਹੁਰਾ ਮੈਨੂੰ ਬੋਲਣ ਲੱਗ ਪਿਆ। ਜਦੋਂ ਬੋਲਿਆ ਤਾਂ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਉਹਨੂੰ ਫੜਿਆ ਵੀ ਤੂੰ ਅੱਜ ਤੋਂ ਬਾਅਦ ਇਹਨੂੰ ਕੁਛ ਨਹੀਂ ਕਹਿਣਾ, ਤੂੰ ਆਪਣਾ ਵੱਖਰਾ ਰਹੀ ਜਾ, ਤੂੰ ਜੋ ਕਰਨਾ ਕਰੀ ਜਾ, ਮੈਂ ਅੱਜ ਤੋਂ ਬਾਅਦ ਇੱਥੇ ਦੀਵਾ ਨਹੀਂ ਜਗਾਉਣਾ ਅਤੇ ਮੈਂ ਇਹ ਕਬਰਾਂ ਸਾਰੀਆਂ ਢਾਹ ਦੇਣੀਆਂ। ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ। ਅਸੀਂ ਰਾਤ ਨੂੰ ਕਹਿੰਦੀ ਮੈਂ ਜੋਤ ਜਗਾਈ, ਉਸੇ ਸ਼ਾਮਾਂ ਨੂੰ
ਸ਼ਾਮ ਨੂੰ ਜੋਤ ਲਾਈ ਦੇਸੀ ਘਿਓ ਦੀ, ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ, ਅਰਦਾਸ ਬੇਨਤੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ, ਹੋਰ ਸ਼ਹੀਦਾਂ ਸਿੰਘਾਂ ਸਾਰਿਆਂ ਦਾ ਨਾਂ ਲੈ ਕੇ, ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਇਹਨਾਂ ਮਹਾਂਪੁਰਸ਼ਾਂ ਦਾ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਮਹਾਂਪੁਰਸ਼ਾਂ ਸਾਰਿਆਂ ਦਾ ਨਾਂ ਲੈ ਕੇ ਜੋਤ ਜਗਾਈ ਕਿ ਮਹਾਰਾਜ ਕਿਰਪਾ ਕਰਿਓ, ਸਹਾਈ ਹੋਇਓ, ਵੀ ਤੁਸੀਂ ਉਹ ਰਾਖੇ ਹੋ, ਤੁਸੀਂ ਉਹ ਕਿਰਪਾ ਕਰਨੀ। ਕਹਿੰਦੇ ਇੱਦਾਂ ਦਾ ਪ੍ਰਭਾਵ ਪਿਆ। ਜੋਤ ਲਾਈ, ਬੜੀ ਸੋਹਣੀ ਜੋਤ, ਸਾਰੀ ਵੱਟੀ ਪੂਰੀ ਸੀ, ਜਿੱਦਾਂ ਜੋਤ ਲਾਈ ਦੀ ਉਵੇਂ ਲਾਈ ਦੀ। ਕਹਿੰਦੀ ਮੈਂ ਜੋਤ ਲਾ ਕੇ ਅਜੇ ਅਰਦਾਸ ਹੀ ਕਰਦੀ ਪਈ ਹਾਂ ਕਿ ਜੋਤ ਬੁਝ ਗਈ। ਉਸ ਤੋਂ ਬਾਅਦ ਮੈਂ ਫਿਰ ਲਾਈ, ਫਿਰ ਬੁਝ ਗਈ। 3-4 ਵਾਰ ਜੋਤ ਲਾਈ ਤੇ ਉਸੇ ਵੇਲੇ ਬੁੱਝਿਆ ਕਰੇ, ਨਾ ਕਿ ਅੰਦਰ ਕੋਈ ਹਵਾ ਹੈ, ਨਾ ਕੋਈ। ਖਾਲਸਾ ਜੀ ਜਿਹੜੀ ਬਦਰੂ ਹੁੰਦੀ ਹੈ ਨਾ, ਉਹ ਤੁਹਾਡੀ ਜੋਤ ਨੂੰ ਜਗਣ ਨਹੀਂ ਦਿੰਦੀ। ਉਹਨੂੰ ਆਪਣਾ ਫਿਕਰ ਪੈ ਜਾਂਦਾ ਹੈ ਕਿ ਮੇਰਾ ਕੀ ਬਣੂਗਾ, ਕਿਉਂਕਿ ਜਿਹੜੀ ਸ਼ਹੀਦਾਂ ਸਿੰਘਾਂ ਦੇ ਨਾਂ ਦੀ, ਜਾਂ ਆਪਾਂ ਘਰ ਦੇ ਵਿੱਚ ਉੱਦਾਂ ਵੀ ਜੋਤ ਲਾਉਂਦੇ ਆ। ਜਦੋਂ ਹੁਣ ਭੈਣ ਅਰਦਾਸ ਹੀ ਕਰ ਆਈ ਸੀ ਬਾਬਾ ਦੀਪ ਸਿੰਘ ਸਾਹਿਬ ਅੱਗੇ, ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਖੇਡ ਤਾਂ ਵਰਤਾਉਣੀ ਸੀ। ਕਹਿੰਦੀ ਮੈਂ ਨਾ ਜਦੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ, ਜੇ ਹੁਣ ਜੋਤ ਬੁਝ ਗਈ ਤੇ ਮੇਰੇ ਮਨ ਵਿੱਚ ਕਿਤੇ ਇਹ ਨਾ ਆ ਜਾਵੇ ਕਿ ਇਹਨਾਂ ਬਦਰੂਹਾਂ ਦੀ ਸ਼ਕਤੀ ਜ਼ਿਆਦਾ। ਕਹਿੰਦੀ ਮੈਂ ਇੱਦਾਂ ਕਹਿ ਕੇ ਜੋਤ ਲਾਈ, ਐਡੀ ਮਹਾਰਾਜ ਦੀ ਕਿਰਪਾ ਨਾਲ ਜੋਤ ਮੱਚੀ। ਉਹਦੀ ਲਾਈਟ ਇੱਦਾਂ ਹੋਈ ਕਿ ਮੈਨੂੰ ਇੱਦਾਂ ਲੱਗਾ ਵੀ ਕੋਈ ਚੀਜ਼ ਖੜੀ ਆ ਮੇਰੇ ਪਿੱਛੇ। ਕਹਿੰਦੀ ਜਦੋਂ ਮੈਂ ਘਰ ਤੋਂ ਕਮਰੇ 'ਚੋਂ ਬਾਹਰ ਆ ਕੇ ਵੇਖਿਆ ਤੇ ਕਿੰਨੀਆਂ ਬਦਰੂਹਾਂ ਸੀ, ਜਿਨ੍ਹਾਂ ਦੇ ਧਾੜ ਤੱਕ ਦਿਖਦੇ ਸੀ, ਕਾਲੇ ਕਾਲੇ ਰੂਪ ਸੀਗੇ, ਤੇ ਥੱਲਿਓਂ ਲੱਤਾਂ ਹੈ ਹੀ ਨਹੀਂ ਸੀਗੀਆਂ, ਕਿਸੇ ਦੀਆਂ ਲੱਤਾਂ ਸੀ, ਉੱਪਰਲਾ ਸਰੀਰ ਹੈ ਨਹੀਂ ਸੀ। ਇੱਦਾਂ ਦਾ ਮੈਂ ਦੇਖਿਆ। ਕਹਿੰਦੀ ਉਹ ਹੌਲੀ ਹੌਲੀ ਜਿੱਦਾਂ ਜਿੱਦਾਂ ਮੈਂ ਅਗਾਂਹ ਨੂੰ ਤੁਰੀ ਜਾਂਦੀ ਹਾਂ, ਇੱਦਾਂ ਉਹ ਪਿੱਛੇ ਨੂੰ ਹੋਈ ਜਾਂਦੇ ਸਾਰੇ। ਕਹਿੰਦੇ ਵੀ ਮੈਂ ਡਰ ਗਈ, ਮੈਂ ਕਦੇ ਇਹੋ ਜਿਹੀ ਚੀਜ਼ ਵੇਖੀ ਨਹੀਂ, ਅੰਦਰੋਂ ਅੰਦਰ ਮੈਂ ਪੂਰਾ ਡਰ ਗਈ ਸਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਐਡੀ ਕਿਰਪਾ ਹੋਈ ਕਿ ਮੇਰਾ ਮਨ ਆਪਣੇ ਆਪ ਕੈੜਾ ਹੋ ਗਿਆ। ਮਤਲਬ ਮੈਂ ਉਹਨਾਂ ਤੋਂ ਡਰ ਕੇ ਲੁਕੀ ਨਹੀਂ, ਭੱਜੀ ਨਹੀਂ, ਚੀਕੀ ਨਹੀਂ। ਪਰ ਮੈਂ ਇੱਕ ਵਾਰੀ ਪਹਿਲਾਂ ਮੇਰਾ ਤਰੋ ਪੂਰਾ ਨਿਕਲ ਗਿਆ ਸੀ ਵੀ ਇਹ ਕੀ ਚੀਜ਼ਾਂ ਖਲੋਤੀਆਂ ਨੇ, ਜਦੋਂ ਮੈਨੂੰ ਨਜ਼ਰੀ ਆਈਆਂ। ਫਿਰ ਮੈਂ ਉਸ ਦਿਨ ਆਪਣੇ ਘਰ ਵਾਲੇ ਨੂੰ ਸਾਰਾ ਦੱਸਿਆ ਕਿ ਸਾਨੂੰ ਬਾਣੀ ਦਾ ਅਭਿਆਸ ਕਰਨਾ ਪੈਣਾ। ਅਸੀਂ ਕਹਿੰਦੀ ਉਸ ਰਾਤ ਮੈਂ 5 ਕੀਰਤਨ ਸੋਹਿਲੇ ਦੇ ਜਾਪ ਕਰਕੇ ਸੁੱਤੀ ਸਾਂ। ਜਦੋਂ ਜਾਪ ਕਰਕੇ ਸੁੱਤੀ ਤੇ ਰਾਤ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਹਾਂਪੁਰਸ਼ਾਂ ਵਰਗੇ ਸਰੂਪ ਦੇ ਦਰਸ਼ਨ ਹੁੰਦੇ ਨੇ। ਉਹ ਸਾਡੇ ਘਰ ਵਿੱਚ ਹੀ ਖਲੋਤੇ ਮੈਨੂੰ ਕਹਿੰਦੇ, ਧੀਏ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਨਾ ਹੈ। ਕੇਸੀ ਇਸ਼ਨਾਨ ਕਰਕੇ ਜੋਤ ਲਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਕੇ ਉਸ ਤੋਂ ਬਾਅਦ 5 ਬਾਣੀਆਂ ਦੇ ਜਾਪ ਕਰਨੇ ਨੇ। ਇੱਕ ਜਾਪ ਤੈਨੂੰ ਹੋਰ ਦੱਸਦੇ ਹਾਂ, ਇੱਕ ਸ਼ਸਤਰ ਨਾਮ ਮਾਲਾ ਦਾ ਜਾਪ ਕਰਨਾ, ਇੱਕ ਤੇ ਪਾਵਨ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਧੰਨ ਕਲਗੀਧਰ ਮਹਾਰਾਜ ਜੀ ਦੀ ਲਿਖੀ ਹੋਈ ਹੈ, ਉਗਰਦੰਤੀ ਬਾਣੀ। ਜੇ ਤੈਨੂੰ ਨਹੀਂ ਪਤਾ ਤੇ ਕੋਈ ਕਿਸੇ ਤਰ੍ਹਾਂ ਕਰਕੇ ਤੇਰੇ ਤੱਕ ਉਹ ਆਪਣੇ ਆਪ ਪਹੁੰਚ ਜਾਵੇਗੀ। ਉਸ ਬਾਣੀ ਦਾ ਜਾਪ ਸ਼ੁਰੂ ਕਰ ਲੈ, ਤੇਰੇ ਘਰੋਂ ਇਹ ਸਭ ਚੀਜ਼ਾਂ ਸਭ ਨਿਕਲ ਜਾਣਗੀਆਂ। ਇੱਦਾਂ ਕਹਿੰਦੀ ਸੁਪਨੇ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਹੋਏ। ਮਹਾਰਾਜ ਦੀ ਕਿਰਪਾ ਸਦਕਾ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਕੇ 3 ਵਜੇ ਅਸੀਂ ਦੋਵੇਂ ਜੀ ਆਪਣਾ ਪਾਠ ਕੀਤਾ, ਵਾਹਿਗੁਰੂ ਦਾ ਸਿਮਰਨ ਕੀਤਾ, ਅਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਉਦੋਂ ਹੀ ਪਲਾਨ ਬਣਾਇਆ ਕਿ ਆਪਾਂ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਘਰ ਵਿੱਚ ਕੋਈ ਕੰਮ ਕਰਨਾ। ਅਸੀਂ ਦੋਵੇਂ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਘਰ ਗਏ। ਜਦੋਂ ਕਹਿੰਦੀ ਗੁਰੂ ਘਰ ਪਹੁੰਚੇ ਮੈਂ, ਅਤੇ ਉੱਥੇ ਦਰਸ਼ਨ ਮੇਲੇ ਕੀਤੇ, ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਮਹਾਰਾਜ ਜੀ ਹੋਏ ਸੀ। ਉਹਨਾਂ ਨੇ ਆਹ ਬਿੱਧ ਦੱਸੀ। ਮੈਂ ਆਪਣੇ ਮਨ ਨਾਲ ਹੀ ਗੱਲਾਂ ਕਰਦੀ ਹਾਂ ਸੱਚੇ ਪਾਤਸ਼ਾਹ ਨਾਲ ਅੰਦਰੋਂ ਅੰਦਰੀ, ਮਹਾਰਾਜ ਕਿੱਦਾਂ ਬਿੱਧ ਬਣਾ ਕੇ ਉਹ ਬਾਣੀ ਹੈ, ਕੋਈ ਮੈਨੂੰ ਮਿਲ ਜਾਵੇ। ਕਹਿੰਦੀ ਮੈਂ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਕਿ ਬਾਬਾ ਜੀ ਕੋਈ ਉਗਰਦੰਤੀ ਬਾਣੀ ਹੈ। ਕਹਿੰਦੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀ, ਉਹ ਦਸਮ ਦੀ ਬਾਣੀ ਦਾ ਘੱਟ ਹੀ ਜਾਪ ਕਰਦੇ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਪਤਾ ਕਰਕੇ ਦੱਸਿਓ। ਕਹਿੰਦੀ ਮੈਂ ਅਸੀਂ ਘਰੇ ਆ ਗਏ। ਉਹ ਭੈਣ ਕਹਿੰਦੀ ਸ਼ਾਮ ਨੂੰ ਮੈਂ ਫਿਰ ਜਦੋਂ ਦਰਸ਼ਨ ਕਰਨ ਵਾਸਤੇ ਗੁਰੂ ਘਰ ਜਾਂਦੀ ਹਾਂ ਅਤੇ ਮੈਂ ਗ੍ਰੰਥੀ ਸਿੰਘ ਨੂੰ ਪੁੱਛਦੀ ਹਾਂ ਕਿ ਬਾਬਾ ਜੀ ਕੋਈ ਪਤਾ ਲੱਗਾ ਤੁਹਾਨੂੰ? ਉਹਨਾਂ ਨੇ ਮੈਨੂੰ ਦੱਸਿਆ ਕਿ ਫੋਨ ਦੇ ਵਿੱਚ ਤੁਸੀਂ ਸੁੰਦਰ ਗੁਟਕਾ ਭਰ ਲਓ, ਉਹਦੇ ਵਿੱਚ ਉਗਰਦੰਤੀ ਬਾਣੀ ਮਿਲ ਜਾਣੀ ਤੁਹਾਨੂੰ, ਉੱਥੋਂ ਜਾਪ ਕਰਨਾ ਸ਼ੁਰੂ ਕਰਿਓ। ਉਹ ਭੈਣ ਕਹਿਣ ਲੱਗੀ ਫਿਰ ਉਸ ਦਿਨ ਤੋਂ ਅਸੀਂ ਉਗਰਦੰਤੀ ਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ। ਜਦੋਂ ਉਗਰਦੰਤੀ ਦਾ ਜਾਪ ਕਰਦਿਆਂ ਨੂੰ ਮੈਨੂੰ 15 ਕੁ ਦਿਨ ਹੋ ਗਏ ਸੀ, 15 ਦਿਨ ਹੋਏ ਸੀ ਜਾਪ ਕਰਦਿਆਂ ਨੂੰ। 15 ਦਿਨਾਂ ਦੇ ਵਿੱਚ ਮੇਰਾ ਸਹੁਰਾ ਜਿਹੜਾ ਬਿਲਕੁਲ ਹੀ ਸਹੀ ਹੋ ਗਿਆ ਸੀ, ਉਹਦੇ ਮਨ 'ਚੋਂ ਵੀ ਉਹ ਚੀਜ਼ ਨਿਕਲ ਗਈ ਸੀ। ਫਿਰ ਅਸੀਂ 15-20 ਦਿਨਾਂ ਬਾਅਦ ਉਹ ਜਿਹੜੀਆਂ ਘਰ ਵਿੱਚ ਜਗ੍ਹਾ ਦੀਵਾ ਜਗਾਉਂਦੇ ਸੀ ਸਭ ਕੁਛ ਹੀ ਬੰਦ ਕਰਕੇ ਢਾਹ ਦਿੱਤਾ ਸੀ। ਅਤੇ ਉਸ ਤੋਂ ਬਾਅਦ ਲਗਾਤਾਰ ਨਿਰੰਤਰ ਮੈਂ ਉਗਰਦੰਤੀ ਬਾਣੀ ਦਾ ਜਾਪ ਕਰਦੀ ਹਾਂ। ਉਹ ਭੈਣ ਕਹਿੰਦੀ ਕਿ ਐਡਾ ਬੇਅੰਤ ਪ੍ਰਤਾਪ ਹੈ ਉਸ ਬਾਣੀ ਦਾ। ਖਾਲਸਾ ਜੀ ਜਿਨ੍ਹਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਇਹੋ ਜਿਹੀ ਆਉਂਦੀ ਹੈ ਨਾ, ਉਹ ਸ਼ਸਤਰਨਾਮ ਬਾਣੀ ਦਾ ਜਾਪ ਅਤੇ ਉਗਰਦੰਤੀ ਬਾਣੀ ਦਾ ਜਾਪ 5 ਬਾਣੀਆਂ ਦੇ ਨਾਲ ਕਰਨਾ।
ਕੱਲੀ ਬਾਣੀ ਦਾ ਨਹੀਂ ਕਰਨਾ, ਪਹਿਲਾਂ 5 ਬਾਣੀਆਂ ਅਭਿਆਸ ਪਕਾਓ, 5 ਬਾਣੀਆਂ ਦਾ ਜਾਪ ਕਰਨਾ ਸ਼ੁਰੂ ਕਰੋ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਆ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰੋ। ਉਸ ਤੋਂ ਬਾਅਦ ਹੋਰ ਬਾਣੀਆਂ ਦੇ ਜਾਪ ਕਰੋ, ਮਹਾਰਾਜ ਜੀ ਕਿਰਪਾ ਕਰਨਗੇ। ਸੋ ਭੈਣ ਕਹਿਣ ਲੱਗੀ ਕਿ ਇੱਦਾਂ ਉਗਰਦੰਤੀ ਬਾਣੀ ਨੇ ਮਹਾਰਾਜ ਦੀ ਕਿਰਪਾ ਐਡੀ ਵਰਤੀ ਸਾਡੇ ਘਰਾਂ ਦੇ ਵਿੱਚ, ਉਸ ਤੋਂ ਬਾਅਦ ਸਾਨੂੰ ਨਾ ਦਾ ਕੁਛ ਹੋਇਆ, ਨਾ ਮੇਰੇ ਸਹੁਰੇ ਨੂੰ ਕਦੇ ਖੇਡ ਆਈ, ਸਾਡੇ ਘਰੋਂ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ। ਮਹਾਰਾਜ ਦੀ ਕਿਰਪਾ ਸਦਕਾ 3-4 ਮਹੀਨੇ ਮੈਨੂੰ ਲਗਾਤਾਰ ਬਾਣੀ ਦਾ ਜਾਪ ਕਰਦਿਆਂ ਹੋ ਗਿਆ ਸੀ। ਅਤੇ ਇੱਕ ਦਿਨ ਮੈਨੂੰ ਸਹੁਰਾ ਪਰਿਵਾਰ, ਮੇਰਾ ਸਹੁਰਾ ਅਤੇ ਮੇਰੀ ਸੱਸ ਕਹਿੰਦੇ ਨੇ ਕਿ ਸਾਨੂੰ ਵੀ ਦੱਸ ਕਿਹੜੀ ਬਾਣੀ ਹੈ, ਅਸੀਂ ਵੀ ਪੜ੍ਹਿਆ ਕਰਾਂਗੇ। ਕਹਿੰਦੀ ਮੈਂ ਉਹ ਬਾਣੀ ਫਿਰ ਆਪਣੇ ਸਹੁਰਾ ਸਾਹਿਬ ਨੂੰ ਵੀ ਦੱਸੀ, ਉਹ ਵੀ ਜਾਪ ਕਰਨ ਲੱਗੇ। ਹੁਣ ਅਸੀਂ ਰਲ ਮਿਲ ਕੇ ਸਾਰੇ ਜਾਣੇ ਮੂਲ ਮੰਤਰ ਦਾ ਘਰ ਵਿੱਚ ਅਭਿਆਸ ਕਰਦੇ ਹਾਂ, ਕਿਉਂਕਿ ਮੂਲ ਮੰਤਰ ਸਾਰਿਆਂ ਦਾ ਸਿਰਮੋਰ ਹੈ ਖਾਲਸਾ ਜੀ। ਐਡਾ ਪ੍ਰਤਾਪ ਹੈ ਉਸ ਬਾਣੀ ਦਾ, ਸ਼ਹੀਦਾਂ ਸਿੰਘਾਂ ਨੇ ਆਪ ਸੁਪਨੇ ਵਿੱਚ ਆ ਕੇ ਦੱਸਿਆ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕੋਈ ਉਗਰਦੰਤੀ ਬਾਣੀ ਵੀ ਹੈ। ਇੱਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ, ਸਾਡੇ ਘਰੋਂ ਜਿਹੜਾ ਖੇਤਰਫਲ ਸੀ, ਜੋ ਵੀ ਸੀ, ਉਹ ਭੱਜ ਗਏ, ਨਿਕਲ ਗਏ। ਖਾਲਸਾ ਜੀ ਇਹ ਸੱਚ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਉਗਰਦੰਤੀ ਦੀ ਬਾਣੀ, ਜਿਹੜਾ ਵੀ ਕੋਈ ਮਾਈ ਭਾਈ ਇਸ ਬਾਣੀ ਦਾ ਅਭਿਆਸ ਕਰਦਾ ਹੈ ਉਹਦੇ ਘਰੇ ਬਦਰੂਹਾਂ ਨਹੀਂ ਰਹਿੰਦੀਆਂ, ਕਿਉਂਕਿ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ। ਅਦ੍ਰਿਸ਼ਟ ਅਤੇ ਦ੍ਰਿਸ਼ਟ ਸੰਸਾਰ ਜਿਹੜਾ ਵਿਚਰਦਾ, ਸੰਸਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੇ। ਕਿਉਂਕਿ ਧੰਨ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਫਰਮਾਉਂਦੇ ਨੇ, ਕਈ ਕੋਟ ਜਖ ਕਿੰਦਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਕੁਛ ਹੈ ਖਾਲਸਾ ਜੀ। ਇਹ ਜਖ ਨੇ, ਕਿੰਨਰ ਨੇ, ਪਿਸਾਚ ਨੇ। ਜਿਨ੍ਹਾਂ ਨੂੰ ਪਤਾ ਹੋਵੇਗਾ, ਜਿਹੜੇ ਲੋਕ ਗੋਰਿਆਂ ਦੀਆਂ ਵਗੈਰਾ ਮੂਵੀ ਵਗੈਰਾ ਦੇਖਦੇ ਨੇ, ਉਹਨਾਂ ਦੀਆਂ ਕਈ ਮੂਵੀਆਂ ਦੇ ਵਿੱਚ ਇਹ ਚੀਜ਼ਾਂ ਵਿਖਾਈਆਂ ਉਹਨਾਂ ਨੇ, ਪਿਸਾਚ ਹੁੰਦੇ ਨੇ, ਕਿੰਨਰ ਹੁੰਦੇ ਨੇ, ਜਖ ਹੁੰਦੇ ਨੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਪਹਿਲਾਂ ਇਹ ਚੀਜ਼ਾਂ ਲਿਖ ਕੇ ਗਏ ਨੇ ਕਿ ਸਭ ਕੁਝ ਹੁੰਦਾ ਸੀ ਖਾਲਸਾ ਜੀ। ਅਤੇ ਜਿਹੜੇ ਕਿੰਨਰ ਸੀ ਉਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਵਾਲਾ ਵੀ ਦਿੱਤਾ ਸੀ ਕਿ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਮਨੁੱਖ ਦਾ ਹੁੰਦਾ ਸੀ ਅਤੇ ਸਿਰ ਦੇ ਉੱਤੇ ਘੋੜਾ ਹੁੰਦਾ ਸੀ, ਘੋੜੇ ਵਾਲਾ ਸਰੂਪ ਹੁੰਦਾ ਸੀ, ਭਾਵ ਕਿ ਮੂੰਹ ਘੋੜੇ ਦਾ ਹੁੰਦਾ ਸੀ। ਇਹ ਕੋਈ ਐਵੇਂ ਬਣੀਆਂ ਗੱਲਾਂ ਨਹੀਂ, ਇਹ ਸੱਚ ਸੀ। ਇੱਕ ਮੂਵੀ ਸੀਗੀ ਆਈ ਹੋਈ ਗੋਰਿਆਂ ਦੀ, ਨਾਰਨੀਆਂ ਉਹਦਾ ਨਾਮ ਸੀ। ਉਹਦੇ ਵਿੱਚ ਉਹਨਾਂ ਨੇ ਦਿਖਾਇਆ ਸੀ ਕਿ ਥੱਲਿਓਂ ਸਾਰਾ ਘੋੜਾ ਸੀਗਾ, ਉੱਪਰ ਉਹਦੇ ਜਿਹੜਾ ਮੂੰਹ ਸੀ ਉਹ ਬੰਦੇ ਦਾ ਸੀ। ਇਹੋ ਜਿਹੀਆਂ ਪ੍ਰਜਾਤੀਆਂ ਪੁਰਾਤਨ ਜਿਹੜੀਆਂ ਸੀ ਅਲੋਪ ਹੋ ਗਈਆਂ, ਜਾਂ ਭੂਤ ਪ੍ਰੇਤ ਸਲੇਡੇ ਵਗੈਰਾ ਪਹਿਲਾਂ ਹੁੰਦੇ ਸੀ ਖਾਲਸਾ ਜੀ। ਇਹ ਸਾਰਾ ਪ੍ਰਤਾਪ ਸਤਿਗੁਰੂ ਦੀ ਬਾਣੀ ਦਾ ਹੈ। ਜਿੱਥੇ ਜਿੱਥੇ ਬਾਣੀ ਦਾ ਪ੍ਰਭਾਵ ਹੁੰਦਾ ਹੈ ਉੱਥੋਂ ਉੱਥੋਂ ਇਹ ਚੀਜ਼ਾਂ ਨੱਠ ਜਾਂਦੀਆਂ ਨੇ। ਸਤਿਗੁਰੂ ਦੀ ਬਾਣੀ ਹੈ, ਉਹੀ ਸਭ ਕੁਝ ਕਰ ਸਕਦੀ ਹੈ। ਉਹਨਾਂ ਤੋਂ ਬਿਨਾਂ, ਮਹਾਰਾਜ ਦੀ ਬਾਣੀ ਤੋਂ ਬਿਨਾਂ ਕੋਈ ਹੋਰ ਹੀਲਾ ਨਹੀਂ ਹੋ ਸਕਦਾ। ਇੱਦਾਂ ਉਹ ਭੈਣ ਕਹਿੰਦੀ ਸਾਡੇ ਘਰੋਂ ਇੱਕ ਖੇਤਰਫਲ ਦਾ ਜਿਹੜਾ ਪ੍ਰਤਾਪ ਬਦਰੂਹਾਂ ਦਾ, ਜਿਹੜਾ ਮੈਂ ਖੁਦ ਦੇਖੀਆਂ ਆਪਣੇ ਅੱਖਾਂ ਨਾਲ, ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੋ ਗਈ ਸੀ ਅਤੇ ਘਰ ਦੇ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਗਈ ਸੀ। ਕਿਉਂਕਿ ਖਾਲਸਾ ਜੀ ਇਹ ਜਿਹੜੀਆਂ ਬਦਰੂਹਾਂ ਹੁੰਦੀਆਂ, ਇਹ ਸਭ ਤੋਂ ਪਹਿਲਾਂ ਘਰ ਵਿੱਚ ਬਿਮਾਰੀ ਪਾਉਂਦੀਆਂ ਨੇ, ਬੰਦੇ ਨੂੰ ਕੋਈ ਨਾ ਕੋਈ ਰੋਗ ਲਾਉਂਦੀਆਂ ਨੇ। ਉਸ ਤੋਂ ਬਾਅਦ ਕਾਰੋਬਾਰ ਠੱਪ ਕਰ ਦਿੰਦੀਆਂ ਨੇ, ਫਿਰ ਇਹ ਵਸਣ ਲੱਗ ਪੈਂਦੀਆਂ ਅਤੇ ਬੰਦੇ ਨੂੰ ਤੰਗ ਕਰਦੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਕੋਈ ਪੱਲਾ ਨਹੀਂ ਛੱਡਦਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਨਾਂ ਤੋਂ ਬਚਿਆ ਰਹਿੰਦਾ, ਕਿਉਂਕਿ ਉੱਥੇ ਇਹਨਾਂ ਦਾ ਅਸਰ ਨਹੀਂ ਹੁੰਦਾ। ਜਿੱਥੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਜਾਂਦਾ ਹੈ ਖਾਲਸਾ ਜੀ, ਉੱਥੇ ਇਹੋ ਜਿਹੀਆਂ ਚੀਜ਼ਾਂ ਦਾ ਪੈਰ ਵੀ ਨਹੀਂ ਪੈਂਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੇਲੇ ਵੀ ਇੱਕ ਸਾਖੀ ਆਉਂਦੀ ਹੈ ਕਿ ਇੱਕ ਸਿੱਖ ਨੂੰ, ਕੋਈ ਸਿੱਖ ਤਾਂ ਨਹੀਂ ਸੀ ਕਹਿ ਸਕਦੇ, ਕੋਈ ਆਮ ਹੀ ਬੰਦਾ ਸੀ ਜਿਹਦੇ ਵਿੱਚ ਇਹ ਚੀਜ਼ਾਂ ਆਮ ਕਰਕੇ ਆ ਜਾਂਦੀਆਂ ਸੀ, ਖੇਡੀ ਜਾਂਦਾ ਸੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਲਿਆਂਦਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਅਸੀਂ ਇਹਦਾ ਭਲਾ ਨਹੀਂ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਕਿਹਾ, ਸਤਿਗੁਰੂ ਬੜੀ ਆਸ ਲੈ ਕੇ ਆਏ ਹਾਂ, ਕਿਰਪਾ ਕਰੋ ਮਹਾਰਾਜ ਜੀ, ਮਿਹਰਾਂ ਕਰੋ। ਸਤਿਗੁਰੂ ਕਹਿੰਦੇ ਜੇ ਕਿਤੇ ਜਪਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਅਤੇ ਭੂਤ ਪ੍ਰੇਤ ਦੀ ਕੀ ਮਜਾਲ ਸੀ, ਇਹਦੇ ਵਿੱਚ ਵੜ ਜਾਂਦਾ। ਸੋ ਖਾਲਸਾ ਜੀ ਪਾਵਨ ਪਵਿੱਤਰ ਬਾਣੀ ਦੇ ਜਾਪ ਅਭਿਆਸ ਕਰਦਿਆਂ ਸੁੱਖ ਪ੍ਰਾਪਤ ਹੁੰਦਾ ਹੈ। ਇਹਨਾਂ ਚੀਜ਼ਾਂ ਤੋਂ ਬਚਾਅ ਹੁੰਦਾ ਹੈ। ਮਹਾਰਾਜ ਦੀ ਬਾਣੀ ਨਾਲ ਲੱਗੇ ਰਹੋ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਵੱਡਾ ਪ੍ਰਤਾਪ ਹੈ। ਮਹਾਰਾਜ ਜੋ ਕਰ ਸਕਦੇ ਨੇ, ਮਹਾਰਾਜ ਦੀ ਬਾਣੀ ਜੋ ਕਰ ਸਕਦੀ ਹੈ, ਸੰਸਾਰ ਦੇ ਵਿੱਚ ਕੋਈ ਨਹੀਂ ਕਰ ਸਕਦਾ। ਮੂਲ ਮੰਤਰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਉਹ ਤੋਂ ਵੱਡਾ ਕੋਈ ਮੰਤਰ ਤੰਤਰ ਨਹੀਂ। ਜਿਹੜਾ ਕੋਈ ਮੂਲ ਮੰਤਰ ਦਾ ਅਭਿਆਸੀ ਹੈ ਖਾਲਸਾ ਜੀ, ਉੱਥੇ ਕਿਸੇ ਵੀ ਚੀਜ਼ ਦਾ ਕੋਈ ਜਾਦੂ ਟੂਣਾ ਨਹੀਂ ਚੱਲਦਾ। ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਸਮੱਤ ਬਖਸ਼ਣ, ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।